ਐਂਡ ਫਰੰਟ ਪੇਜ ਦਾ ਸਾਡੇ ਕੋਲ ਨੈਕਸਟ ਟੌਪਿਕ ਹੈ ਹਾਊ ਟੂ ਕ੍ਰੀਏਟਿੰਗ ਫਾਰਮ। ਅਸੀਂ ਫਾਰਮ ਕਿਸ ਤਰ੍ਹਾਂ ਕ੍ਰੀਏਟ ਕਰਨਾ ਹੈ MS ਫਰੰਟ ਪੇਜ ਦੇ ਵਿੱਚ। ਬਿਫੋਰ ਕ੍ਰੀਏਟਿੰਗ ਅ ਫਾਰਮ ਯੂ ਹੈਵ ਟੂ ਫਸਟ ਡਿਸਾਈਡ ਵਟ ਕਾਈਂਡ ਆਫ ਇਨਫੋਰਮੇਸ਼ਨ ਯੂ ਵਾਂਟ ਟੂ ਕਲੈਕਟ। ਤੁਸੀਂ ਆਪਣੇ ਵੈਬਸਾਈਟ ਦੇ ਵਿਜ਼ਿਟਰ ਕੋਲੋਂ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਕਲੈਕਟ ਕਰਨੀ ਆ ਇਹ ਤੁਹਾਨੂੰ ਦੇਖਣਾ ਪਏਗਾ ਪਹਿਲਾਂ। ਡਿਪੈਂਡਿੰਗ ਔਨ ਦਿਸ ਯੂ ਐਂਟਰ ਦੀ ਫੀਲਡ ਇਨ ਟੂ ਯੂਰ ਫਾਰਮ। ਫਿਰ ਉਸੇ ਹਿਸਾਬ ਨਾਲ ਤੁਸੀਂ ਉਸ ਤਰ੍ਹਾਂ ਦੇ ਫਾਰਮ ਅਤੇ ਉਸੇ ਤਰ੍ਹਾਂ ਦੇ ਫੀਲਡ ਆਪਣੇ ਫਾਰਮ ਦੇ ਵਿੱਚ ਡਿਜ਼ਾਈਨ ਕਰੋਗੇ। ਵੇਰੀਅਸ ਟਾਈਪਸ ਆਫ ਬੇਸਿਕ ਫੀਲਡਸ ਦੈਟ ਆਰ ਫੋਰ ਐਗਜ਼ਾਮਪਲ ਫੀਲਡ ਨੇਮ ਹੈਗਾ ਸਾਡੇ ਕੋਲ ਵਨ ਲਾਈਨ ਟੈਕਸਟ ਬਾਕਸ। ਇਹਦੇ ਵਿੱਚ ਆਪਾਂ ਕੀ ਕਰਾਂਗੇ, ਜਿਹੜਾ ਵੀ ਸਾਡਾ ਵਿਜ਼ਿਟਰ ਹੋਏਗਾ ਉਸ ਦੇ ਵਿੱਚ ਉਹਦੇ ਕੋਲੋਂ ਆਪਾਂ यूज़ टू कलैक्ट अ सिंगल लाइन ऑफ इंफॉर्मेशन सच एज नेम एंड ईमेल। अगर आप उसका नेम या ईमेल कलैक्ट करना तो आप वन लाइन टैक्सट बॉक्स यूज़ करांगे। उस तो बाद है स्क्रॉलिंग टैक्सट बॉक्स। स्क्रॉलिंग टैक्सट बॉक्स यूज़ टू कलैक्ट मल्टीपल लाइन ऑफ टैक्सट इन अ स्क्रॉल बॉक्स फॉर्मेट। यह साढ़े को स्क्रॉल बॉक्स फॉर्मेट है, इस आप यूज़र को इनपुट कलैक्ट करांगे जिहड़ा साडी वैबसाइट पर विजिट करेगा। उस तो बाद है चैक बॉक्स। चैक बॉक्स हुंदा है when used when one or more item have to be selected from a list of choice। ਸਾਡੇ ਕੋਲ ਚੁਆਇਸ ਹੋਏ ਉਸ ਤੋਂ ਆਪਾਂ ਕੋਈ ਇੱਕ ਲਿਸਟ ਸਿਲੈਕਟ ਕਰਨੀ ਹੋਏ ਤਾਂ ਆਪਾਂ ਯੂਜ਼ ਕਰਾਂਗੇ ਚੈੱਕ ਬਾਕਸ। ਇੱਥੇ ਵਿੱਚ ਦਿੱਤਾ ਰਾਈਸ, ਦਾਲ ਐਂਡ ਵਾਟਰ। ਇਹਨਾਂ ਵਿੱਚੋਂ ਆਪਾਂ ਜੋ ਵੀ ਯੂਜ਼ ਕਰਾਂਗੇ ਉਹਦੀ ਇਨਫੋਰਮੇਸ਼ਨ ਹੀ ਜੋ ਵੀ ਯੂਜ਼ਰ ਜਿਸ ਆਈਟਮ ਦੇ ਉੱਪਰ ਕਲਿੱਕ ਕਰੇਗਾ ਜਾਂ ਟਿਕ ਕਰੇਗਾ ਉਹੀ ਆਈਟਮ ਅਸੀਂ ਕਲੈਕਟ ਕਰ ਪਾਵਾਂਗੇ। ਉਸ ਤੋਂ ਬਾਅਦ ਹੈਗਾ ਰੇਡੀਓ ਬਟਨ। when you have to select only one option from the group। ਫੋਰ ਐਗਜ਼ਾਮਪਲ ਸਾਡੇ ਕੋਲ ਸੈਕਸ ਹੈ ਮੇਲ ਔਰ ਫੀਮੇਲ, ਆਪਾਂ ਦੋਨਾਂ ਦੇ ਵਿੱਚੋਂ ਇੱਕ ਹੀ ਸਿਲੈਕਟ ਕਰਨਾ ਹੈ ਤਾਂ ਆਪਾਂ ਯੂਜ਼ ਕਰਦੇ ਹਾਂ ਰੇਡੀਓ ਬਟਨ। ਜਿਸ ਤਰ੍ਹਾਂ ਆਪਾਂ ਪਹਿਲਾਂ HTML ਦੇ ਵਿੱਚ ਕੀਤਾ ਸੀਗਾ, ਸਾਰੇ ਆਪਾਂ ਯੂਜ਼ ਕੀਤੇ ਸੀਗੇ। ਉਸ ਤੋਂ ਬਾਅਦ ਹੁੰਦਾ ਡਰੋਪ ਡਾਊਨ ਮੈਨਿਊ। ਡਰੋਪ ਡਾਊਨ ਮੈਨਿਊ ਦਾ ਵੈਨ ਯੂ ਇਹ ਉਦੋਂ ਯੂਜ਼ ਹੁੰਦਾ ਵੈਨ ਯੂ ਹੈਵ ਟੂ ਸਿਲੈਕਟ ਵਨ ਔਰ ਮੋਰ ਆਈਟਮ ਫਰੋਮ ਏ ਲਿਸਟ ਆਫ ਚੋਇਸ। ਸਾਡੇ ਕੋਲ ਲਿਸਟ ਹੋਏ ਚੋਇਸ ਦੀ ਉਦੋਂ ਅਸੀਂ ਉਹਦੇ ਵਿੱਚੋਂ ਇੱਕ ਆਈਟਮ ਨੂੰ ਸਿਲੈਕਟ ਕਰਨਾ ਹੈ। ਇਟ ਹੈਜ਼ ਪ੍ਰੋਪਰਟੀ ਆਫ ਬੋਥ ਰੇਡੀਓ ਬਟਨ ਐਂਡ ਚੈੱਕ ਬਾਕਸ ਬਟ ਕੰਜ਼ਿਊਮਸ ਲੈਸ ਸਪੇਸ ਔਨ ਦੀ ਫੋਰਮ। ਤਾਂ ਆਪਾਂ ਯੂਜ਼ ਕਰਦੇ ਹਾਂ ਡਰੋਪ ਡਾਊਨ ਮੈਨਿਊ। ਉਸ ਤੋਂ ਬਾਅਦ ਹੁੰਦਾ ਬਟਨ, ਪੁਸ਼ ਬਟਨ ਯੂਜ਼ਡ ਟੂ ਪਰਫੋਰਮ ਸਮ ਐਕਸ਼ਨ ਔਨ ਦੀ ਫੋਰਮ ਸੱਚ ਐਜ਼ ਸਬਮਿਟਿੰਗ ਦੀ ਡਾਟਾ। ਜਦੋਂ ਯੂਜ਼ਰ ਨੇ ਸਾਰੀ ਇਨਫੋਰਮੇਸ਼ਨ ਦੇ ਦਿੱਤੀ ਉਸ ਤੋਂ ਬਾਅਦ ਉਹਨੇ ਡੇਟਾ ਨੂੰ ਸਬਮਿਟ ਕਰਨਾ ਹੈਗਾ ਤਾਂ ਕਿ ਉਹ ਸਾਡੇ ਕੋਲ ਪਹੁੰਚ ਜਾਏ, ਔਰ ਤਾਂ ਆਪਾਂ ਯੂਜ਼ ਕਰਦੇ ਹਾਂ ਸਬਮਿਟ ਬਟਨ ਐਂਡ ਰੀਸੈਟ ਬਟਨ। ਇਹ ਸਾਰੇ ਆਪਾਂ ਯੂਜ਼ ਕਰਦੇ ਹਾਂ ਫੋਰਮ ਦੇ ਵਿੱਚ। ਫੋਰ ਐਗਜ਼ਾਮਪਲ ਅਗਰ ਆਪਾਂ ਹਰ ਇੱਕ ਸਟੂਡੈਂਟ ਦੀ ਰਜਿਸਟ੍ਰੇਸ਼ਨ ਕਰਨੀ ਹੈ ਕਾਲਜ ਦੇ ਵਿੱਚ ਤਾਂ ਆਪਾਂ ਇੱਕ ਰਜਿਸਟ੍ਰੇਸ਼ਨ ਫੋਰਮ ਕ੍ਰੀਏਟ ਕਰਾਂਗੇ। ਉਹਦੇ ਵਿੱਚ ਆਪਾਂ ਕਿਸੇ ਹਰ ਇੱਕ ਸਟੂਡੈਂਟ ਦਾ ਐਡ ਕੀ ਕਰ ਲਾਂਗੇ, ਕੰਪੋਨੈਂਟ ਕਿਹੜੇ ਕਿਹੜੇ ਐਡ ਕਰ ਲਾਂਗੇ, ਨੇਮ, ਲਾਸਟ ਨੇਮ, ਫਾਦਰ ਨੇਮਸ, ਮਦਰ ਨੇਮਸ, ਲਾਸਟ ਈਅਰ, ਸਕੂਲ ਅਟੈਂਡਡ, ਕੋਰਸ ਟੂ ਜੁਆਇਨ। ਇਸ ਤਰ੍ਹਾਂ ਆਪਾਂ ਸਾਰਾ ਇੱਕ ਫਾਰਮ ਡਿਜ਼ਾਈਨ ਕਰਾਂਗੇ ਜਿਸ ਦੇ ਵਿੱਚ ਆਪਾਂ ਇਹ ਕੰਪੋਨੈਂਟਸ ਨੂੰ ਯੂਜ਼ ਕਰਾਂਗੇ। ਯੂ ਕੈਨ ਕ੍ਰੀਏਟ ਏ ਫਾਰਮ ਯੂਜ਼ਿੰਗ ਦੀ ਫਾਰਮ ਵਿਜ਼ਾਰਡ। ਫਾਰਮ ਵਿਜ਼ਾਰਡ ਸਾਡੇ ਕੋਲ ਹੁੰਦੀ ਆ, ਉਹਦੇ ਵਿੱਚ ਆਪਾਂ ਯੂਜ਼ ਕਰਦੇ ਹਾਂ in order to create form from the scratch perform the following steps। open the web page in the page view। कोई भी पेज ओपन कर लो। न्यू पोजीशन the insertion point where you want to place the form। ਇੱਥੇ ਤੁਸੀਂ ਫਾਰਮ ਨੂੰ ਪਲੇਸ ਕਰਨਾ ਹੈ, ਉੱਥੇ ਆਪਣਾ ਕਰਸਰ ਲੈ ਜਾਓ, ਕਲਿੱਕ ਜਾਓ, ਇਨਸਰਟ ਦੇ ਉੱਪਰ ਜਾਓ, ਫਾਰਮ ਫਰੋਮ ਦੀ ਕਾਸਕੇਡਿੰਗ ਮੈਨਿਊ ਸਿਲੈਕਟ ਫਾਰਮ। ਕਲਿੱਕ ਜਾਣਾ ਇਨਸਰਟ 'ਤੇ ਜਾ ਕੇ, ਫਿਰ ਜਾਣਾ ਤੁਸੀਂ ਫਾਰਮ ਦੇ ਉੱਪਰ from the cascading menu form। as a result a blank form will be placed in your web page। a blank form contains submit and reset button along with the workspace that you can use to insert various type of forms field। ਸਾਡੇ ਕੋਲ by default ਕੀ ਆ ਜਾਏਗਾ submit button and reset button। ਤਾਂ ਆਪਾਂ ਪਰਫੋਰਮ ਕਰਕੇ ਦੇਖਦੇ ਹਾਂ ਇਹਨੂੰ ਕਿਸ ਤਰ੍ਹਾਂ ਕਰਨਾ ਹੈਗਾ। ਸਭ ਤੋਂ ਪਹਿਲਾਂ ਲਾਸਟ ਵਾਲੇ ਆਪਾਂ ਡਿਲੀਟ ਕਰ ਦਿੰਦੇ ਹਾਂ ਜੋ ਵੀ ਪਰਫੋਰਮ ਕੀਤਾ ਸੀਗਾ। ਐਡ ਕਰਦੇ ਹਾਂ ਫਾਰਮ, ਇਨਸਰਟ 'ਤੇ ਜਾਣਾ ਹੈ, ਫਾਰਮ, ਇਹ ਸਾਡੇ ਕੋਲ ਹੈਗਾ ਫਾਰਮ। ਇਨਸਰਟ 'ਤੇ ਜਾ ਕੇ ਫਾਰਮ ਟੈਬ 'ਤੇ ਗਏ, ਉਸ ਤੋਂ ਬਾਅਦ ਕਾਸਕੇਡਿੰਗ ਮੈਨਿਊ ਤੋਂ ਆਪਾਂ ਸਿਲੈਕਟ ਕਰ ਲਿਆ ਫਾਰਮ। ਇਸ ਦੇ ਨਾਲ ਹੀ ਸਾਡੇ ਕੋਲ ਦੋ ਬਟਨ ਆ ਜਾਂਦੇ ਨੇ, ਸਬਮਿਟ ਐਂਡ ਰੀਸੈਟ ਬਟਨ। Once you have created a blank form you can place various input field in the form by following the steps given। ਉਸ ਤੋਂ ਬਾਅਦ ਆਪਾਂ ਐਡ ਕਰ ਸਕਦੇ ਹਾਂ ਵੇਰੀਅਸ ਦੂਜੇ ਫੀਲਡਸ ਜਿਹੜੇ ਆਪਾਂ
अपने अकॉर्डिंगली यूज़ करने ने। प्लेस द इंसर्शन पॉइंट इन द ब्लैंक फॉर्म वेयर यू वांट टू इंसर्ट द इनपुट फील्ड। टू इंसर्ट अ फील्ड, क्लिक इंसर्ट फॉर्म। एज अ रिजल्ट, cascading menu appeal. Now click the field of your choice. As a result, field will be inserted at the insertion point in the form. It should always be preferred to insert label along with the field. For example, मैं बनाना है लॉगिन फॉर्म, ਉਹਦੇ ਵਿੱਚ ਯੂਜ਼ਰ ਨੇਮ ਐਂਡ ਪਾਸਵਰਡ ਦੇਣਾ ਹੈਗਾ। ਤਾਂ ਕਿਸ ਤਰ੍ਹਾਂ ਆਪਾਂ ਇਹ ਵਾਲਾ ਫਾਰਮ ਕ੍ਰੀਏਟ ਕਰਾਂਗੇ? ਸਭ ਤੋਂ ਪਹਿਲਾਂ ਆਪਾਂ ਲਿਖਦੇ ਹਾਂ, ਇਨਸਰਟ ਤੇ ਜਾਂਦੇ ਹਾਂ, ਫਾਰਮ, ਟੈਕਸਟ ਬਾਕਸ ਲੈ ਲੈਂਦੇ ਹਾਂ। ਪਹਿਲਾਂ ਲੈਣੇ ਲੇਬਲ, ਐਡ ਕਰਦੇ ਹਾਂ ਫੀਲਡ, ਇੰਸਰਟ ਤੇ ਜਾਵਾਂਗੇ, ਫਾਰਮਸ ਤੇ ਟੈਕਸਟ ਬਾਕਸ ਮੈਂ ਇੱਥੇ ਐਡ ਕਰ ਲਿਆ। ਜਦੋਂ ਮੈਂ ਇੱਥੇ ਡਬਲ ਕਲਿੱਕ ਕਰਾਂਗਾ ਮੇਰੇ ਕੋਲ ਉਹਦੀ ਟੈਕਸਟ ਬਾਕਸ ਦੀ ਪ੍ਰੋਪਰਟੀ ਆ ਜਾਏਗੀ। ਇਹਦੇ ਵਿੱਚ ਇਹਦਾ ਨੇਮ ਦੇ ਦਿੱਤਾ ਬਾਈ ਡਿਫਾਲਟ T1 ਟੈਕਸਟ ਬਾਕਸ 1। ਇਨੀਸ਼ੀਅਲ ਨੇਮ ਇਹਦਾ ਦੇ ਦੇਣਾ ਯੂਜ਼ਰ ਨੇਮ। ਯੂਜ਼ਰ ਕੀ ਕਰੇ, ਇੱਥੇ ਆਪਣਾ ਯੂਜ਼ਰ ਨੇਮ ਐਂਟਰ ਕਰੇ। ਵਿਦ ਇਨ ਕਰੈਕਟਰ 20 ਕਰੈਕਟਰਸ ਦਾ ਰਹਿਣਾ। ਟੈਬ ਆਰਡਰ, ਫੀਲਡ ਨੂੰ ਪਾਸਵਰਡ ਰੱਖਣਾ ਜਾਂ ਨੋ। ਉਸ ਤੋਂ ਬਾਅਦ ਵੈਲੀਡੇਟ ਤੇ ਜਾਣਾ। ਮੈਂ ਰਿਕੁਆਇਰਡ ਕੀ ਕਰ ਦਿੰਦਾ ਇਹਦੇ ਵਿੱਚ ਵੀ ਮਿਨੀਮਮ ਲੈਂਥ ਹੋਵੇ ਇਸ ਦੀ 15 ਕਰੈਕਟਰ ਐਂਡ ਮੈਕਸਿਮਮ ਲੈਂਥ ਹੋਵੇ ਉਹਦੀ 20 ਕਰੈਕਟਰ। ਕਲਿੱਕ ਕੀਤਾ, ਓਕੇ। ਦੈਨ ਫਿਰ ਓਕੇ ਤੇ ਕਲਿੱਕ ਕਰਾਂਗਾ ਤਾਂ ਇਹ ਮੇਰੇ ਕੋਲ ਟੈਕਸਟ ਬਾਕਸ ਆ ਗਿਆ ਯੂਜ਼ਰ ਨੇਮ। ਹੁਣ ਯੂਜ਼ਰ ਇਹਦੇ ਵਿੱਚ ਆਪਣਾ ਯੂਜ਼ਰ ਨੇਮ ਐਡ ਕਰੇਗਾ, ਫਿਰ ਉਸ ਤੋਂ ਬਾਅਦ ਪਾਸਵਰਡ ਦੇ ਕੇ ਸਬਮਿਟ ਤੇ ਕਲਿੱਕ ਕਰੇਗਾ। ਫਿਰ ਉਹ ਨੈਕਸਟ ਪੇਜ ਦੇ ਉੱਪਰ ਐਂਟਰ ਹੋ ਸਕੇਗਾ। ਜਦੋਂ ਆਪਾਂ ਕਿਸੇ ਵੀ ਵੈਬਸਾਈਟ ਦੇ ਉੱਪਰ ਜਾਂਦੇ ਹਾਂ ਤਾਂ ਉਸ ਤੋਂ ਪਹਿਲਾਂ ਆਪਾਂ ਲੌਗਇਨ ਫਾਰਮ ਕ੍ਰੀਏਟ ਤੇ ਕਰਦੇ ਹਾਂ ਜਾਂ ਪਹਿਲਾਂ ਰਜਿਸਟਰਡ ਕਰਦੇ ਹਾਂ। ਰਜਿਸਟਰਡ ਕਰਨ ਤੋਂ ਬਾਅਦ ਸਾਨੂੰ ਯੂਜ਼ਰ ਨੇਮ ਤੇ ਪਾਸਵਰਡ ਮਿਲਦਾ ਹੈ ਜਿਹਦੇ ਨਾਲ ਆਪਾਂ ਵੈਬਸਾਈਟ ਦੇ ਵਿੱਚ ਐਂਟਰ ਕਰਦੇ ਹਾਂ। ਤਾਂ ਸੇਮ ਇਸ ਤਰ੍ਹਾਂ ਆਪਾਂ ਡਿਜ਼ਾਈਨ ਕਰਦੇ ਹਾਂ ਉਹ ਵਾਲੇ ਫਾਰਮ। ਇੱਕ ਹੋਰ ਫਾਰਮ ਲੈ ਲਿਆ ਮੈਂ, ਫੀਲਡ ਲੈ ਲਿਆ, ਟੈਕਸਟ ਬਾਕਸ, ਇਹਦੀ ਪ੍ਰੋਪਰਟੀ ਕਰ ਦਿੱਤੀ ਮੈਂ ਟੈਕਸਟ ਬਾਕਸ 2, ਇਨੀਸ਼ੀਅਲ ਵੈਲਿਊ ਪਾਸਵਰਡ। ਇਹਨੂੰ ਪਾਸਵਰਡ ਬਣਾਉਣਾ ਹੈ। ਪਾਸਵਰਡ ਮੀਨਸ ਪਾਸਵਰਡ ਫੀਲਡ ਤੇ ਕਲਿੱਕ ਕਰਾਂਗੇ ਯੈਸ ਤਾਂ ਸਾਨੂੰ ਰਨ ਟਾਈਮ ਤੇ ਇਸ ਦੇ ਵਿੱਚ ਡੋਟਡ ਨਜ਼ਰ ਆਉਣਗੇ ਤਾਂ ਕਿ ਪਾਸਵਰਡ ਕਿਸੇ ਨੂੰ ਸ਼ੋ ਨਾ ਹੋਏ। ਕਲਿੱਕ ਕਰਾਂਗੇ ਓਕੇ ਤੇ ਸਾਡੇ ਕੋਲ ਸਟਾਰ ਦੇ ਸਾਈਨ ਇਹਦੇ ਵਿੱਚ ਸ਼ੋ ਹੋਣ ਲੱਗ ਪਏ। ਹੁਣ ਇਹਨੂੰ ਕੰਟਰੋਲ ਐਸ ਕਰਕੇ ਸੇਵ ਕੀਤਾ, ਫਿਰ ਰਨ ਕਰਦੇ ਹਾਂ। ਰਨ ਕਰਨ ਤੋਂ ਬਾਅਦ ਦੇਖਾਂਗੇ ਇਵੇਂ ਦਾ ਸਾਡੇ ਕੋਲ ਸ਼ੋ ਹੋਏਗਾ ਇਹ ਵਾਲਾ ਫਾਰਮ। ਇੱਥੇ ਯੂਜ਼ਰ ਨੇਮ, ਆਪਣਾ ਯੂਜ਼ਰ ਨੇਮ ਐਂਟਰ ਕਰੇਗਾ, ਇੱਥੇ ਆਪਣਾ ਪਾਸਵਰਡ ਟਾਈਪ ਕਰੇਗਾ। ਪਾਸਵਰਡ ਵੀ ਡੋਟਡ ਵਿੱਚ ਹੋਏਗਾ ਤਾਂ ਕਿ ਸ਼ੋ ਨਾ ਹੋਏ ਕਿਸੇ ਹੋਰ ਨੂੰ। ਫਿਰ ਸਬਮਿਟ ਤੇ ਕਲਿੱਕ ਕਰੇਗਾ ਤਾਂ ਉਹ ਆਪਣੀ ਵੈਬਸਾਈਟ ਦੇ ਵਿੱਚ ਐਂਟਰ ਹੋਏਗਾ। ਤੇ ਇਸ ਤਰ੍ਹਾਂ ਆਪਾਂ ਕ੍ਰੀਏਟ ਕਰਦੇ ਹਾਂ ਲੌਗਇਨ ਫਾਰਮ। ਇਸ ਤਰ੍ਹਾਂ ਹੋਰ ਫੀਲਡ ਵੀ ਨੇ ਸਾਡੇ ਕੋਲ ਜਿਹੜੇ ਆਪਾਂ ਯੂਜ਼ ਕਰ ਸਕਦੇ ਹਾਂ। ਇਨਸਰਟ ਤੇ ਜਾ ਕੇ ਸਾਰੇ ਫੀਲਡਸ ਆਪਾਂ ਲਗਾ ਕੇ ਦੇਖ ਸਕਦੇ ਹਾਂ। ਟੈਕਸਟ ਏਰੀਆ, ਇਹਦੇ ਵਿੱਚ ਆਪਾਂ ਮਲਟੀ ਲਾਈਨ ਟੈਕਸਟ ਐਡ ਕਰ ਸਕਦੇ ਹਾਂ। ਫਿਰ ਇਨਸਰਟ ਤੇ ਜਾ ਕੇ ਫਾਰਮ ਫੀਲਡ, ਫਾਈਲ ਅਪਲੋਡ ਦਾ ਬਟਨ ਵੀ ਆਪਾਂ ਇੱਥੇ ਲਗਾ ਸਕਦੇ ਹਾਂ। ਜਿਹੜੀ ਵੀ ਸਾਡੀ ਰਿਕੁਆਇਰਮੈਂਟ ਹੋਏਗੀ ਫਾਰਮ ਦੀ ਉਸ ਦੇ ਅਕੋਰਡਿੰਗ ਆਪਾਂ ਫੀਲਡਸ ਇਨਸਰਟ ਕਰਦੇ ਜਾਵਾਂਗੇ। ਚੈੱਕ ਬਾਕਸ, ਗਰੁੱਪ ਬਾਕਸ, drop down box, ਤੇ ਇਸ ਤਰ੍ਹਾਂ ਆਪਾਂ ਐਡ ਕਰ ਸਕਦੇ ਹਾਂ। ਪਿਕਚਰ, ਐਡਵਾਂਸ ਬਟਨ, ਪੁਸ਼ ਬਟਨ, ਇਹ ਸਾਡੇ ਕੋਲ ਐਡਵਾਂਸ ਬਟਨ ਹੋ ਗਿਆ। ਆਪਾਂ ਇੱਥੇ ਟਾਈਪ ਕਰਾਂਗੇ ਜੋ ਵੀ ਇਸ ਨੂੰ ਨੇਮ ਦੇਣਾ ਹੈਗਾ। ਤੇ ਇਸ ਤਰ੍ਹਾਂ ਆਪਾਂ ਕ੍ਰੀਏਟ ਕਰਦੇ ਹਾਂ ਫਾਰਮ ਇਨ MS ਫਰੰਟ ਪੇਜ 2003। ਹੁਣ ਆਪਾਂ ਜੋ ਵੀ ਕੀਤਾ ਇਹ ਸਾਰਾ ਕੁਝ ਤਾਂ ਆਪਾਂ HTML ਦੇ ਵਿੱਚ ਵੀ ਕੀਤਾ ਹੈਗਾ, ਪਰ HTML 'ਚ ਕੀ ਕਰਨਾ ਪੈਂਦਾ ਕਿ ਸਾਨੂੰ ਇਹ ਸਾਰੇ ਕੰਟਰੋਲਸ ਦੀ ਕੋਡਿੰਗ ਕਰਨੀ ਪੈਂਦੀ ਸੀਗੀ। ਕੋਡਿੰਗ ਕਿੱਦਾਂ ਕਰਨੀ ਪੈਂਦੀ ਸੀ ਕਿ ਸਾਨੂੰ ਸਾਰਾ ਕੋਡ ਟੈਗਸ ਦੇ ਵਿੱਚ ਲਿਖਣਾ ਪੈਂਦਾ ਸੀਗਾ HTML ਦੇ ਵਿੱਚ। ਜਦੋਂ ਮੈਂ ਕਲਿੱਕ ਕਰਾਂਗਾ ਸਪਲਿਟ ਵਿੰਡੋ ਤੇ ਜਾਂ ਕੋਡ ਤੇ ਜਾਵਾਂਗਾ ਤਾਂ ਦੇਖਾਂਗਾ ਕਿ ਜੋ ਵੀ ਮੈਂ ਐਂਟਰ ਕੀਤਾ ਹੈਗਾ
ਫਾਰਮ ਦੇ ਵਿੱਚ ਸਭ ਤੋਂ ਪਹਿਲਾਂ ਇਨਪੁਟ ਲਿਆ ਟੈਕਸਟ, ਨੇਮ ਉਹਦਾ T1, ਸਾਈਟ 20, ਵੈਲਿਊ ਯੂਜ਼ਰ ਨੇਮ ਦਿੱਤਾ, ਮੈਕਸਿਮਮ ਲੈਂਥ ਉਹਦੀ ਕੀਤੀ 20। ਇਹ ਸਾਰਾ ਕੁਝ ਮੈਨੂੰ HTML ਦੇ ਵਿੱਚ ਟਾਈਪ ਕਰਨਾ ਪੈਂਦਾ ਸੀਗਾ। ਸਾਰੇ ਟੈਗਸ ਮੈਨੂੰ ਲਰਨ ਕਰਨੇ ਪੈਂਦੇ ਸੀਗੇ ਤਾਂ ਕਿ ਮੈਂ ਫਾਰਮ ਕ੍ਰੀਏਟ ਕਰ ਸਕਾਂ। ਫਿਰ MS ਫਰੰਟ ਪੇਜ 2003 ਦੇ ਵਿੱਚ ਸਾਡੇ ਕੋਲ ਇਨਬਿਲਟ ਸਾਡੇ ਕੋਲ ਇਦਾਂ ਦਾ ਗ੍ਰਾਫਿਕਲ ਇਨਵਾਇਰਨਮੈਂਟ ਆਇਆ। ਸਿਰਫ ਆਪਾਂ ਟੂਲਸ ਨੂੰ ਯੂਜ਼ ਕਰਨਾ ਹੈ, ਬੈਕਗਰਾਊਂਡ ਤੇ ਕੋਡਿੰਗ ਇਹਦੀ ਆਪਣੇ ਆਪ ਹੋ ਜਾਂਦੀ ਹੈ। ਸਪਲਿਟ ਵਿੰਡੋ ਤੇ ਦੇਖੋਗੇ ਤੁਸੀਂ ਜਿਹੜਾ ਵੀ ਕੰਟਰੋਲ ਸਿਲੈਕਟ ਕਰੋਗੇ ਉਹਦੀ ਕੋਡਿੰਗ ਤੁਹਾਨੂੰ ਆਪਣੇ ਆਪ ਬੈਕਗਰਾਊਂਡ ਤੇ ਦਿਖੇਗੀ। HTML ਤੇ ਫਰੰਟ ਪੇਜ ਦੇ ਵਿੱਚ ਇਹੀ ਡਿਫਰੈਂਸ ਹੈ, ਤੁਹਾਨੂੰ ਸਭ ਕੁਝ ਇਨਬਿਲਟ ਬਣਿਆ ਬਣਾਤਾ ਮਿਲ ਜਾਂਦਾ, ਤੁਸੀਂ ਬਸ ਉਸ ਕੰਟਰੋਲਸ ਨੂੰ ਐਡ ਹੀ ਕਰਨਾ ਹੁੰਦਾ ਹੈ। ਉਸ ਤੋਂ ਬਾਅਦ ਫਾਰਮ ਫੀਲਡ ਦੀ ਪ੍ਰੋਪਰਟੀਜ਼ ਆ ਰਹੀਆਂ ਸਾਰੀਆਂ, ਆਪਾਂ ਟੈਕਸਟ ਬਾਕਸ ਦੀ ਪ੍ਰੋਪਰਟੀਜ਼ ਆ ਗਈਆਂ ਸਾਡੇ ਕੋਲ। ਇਸੇ ਤਰ੍ਹਾਂ ਹੀ ਟੈਕਸਟ ਬਾਕਸ ਦੀ ਵੈਲੀਡੇਸ਼ਨਸ ਆਪਾਂ ਸਿਲੈਕਟ ਕਰ ਸਕਦੇ ਹਾਂ, ਰਿਕੁਆਇਰਡ ਕਰ ਸਕਦੇ ਹਾਂ, ਮਿਨੀਮਮ ਲੈਂਥ, ਮੈਕਸਿਮਮ ਲੈਂਥ, ਡਿਸਪਲੇ ਨੇਮ ਕੀ ਹੋਏ ਇਹਦੇ ਉੱਪਰ, ਡਾਟਾ ਕਿਸ ਤਰ੍ਹਾਂ ਦਾ ਆਪਾਂ ਐਂਟਰ ਕਰ ਸਕੀਏ, ਉਹਦੇ ਵਿੱਚ ਟੈਕਸਟ ਕਰੀਏ ਜਾਂ ਕੋਈ ਹੋਰ ਟਾਈਪ ਦਾ ਡਾਟਾ ਐਂਟਰ ਕਰ ਸਕੀਏ, ਪ੍ਰੋਸੈਸਿੰਗ ਫਾਰਮਸ ਜਿਹੜੇ ਹੁੰਦੇ ਨੇ ਕੁਝ ਹੋਰ ਨੇ। ਤੇ ਇਸ ਤਰ੍ਹਾਂ ਆਪਾਂ ਐਡ ਕਰ ਸਕਦੇ ਹਾਂ ਫਾਰਮਸ ਇਨ ਫਰੰਟ ਪੇਜ 2003।